ਸਾਡੇ ਦੇਸ਼ ਵਿੱਚ ਮਹਾਨ ਯੋਗੀ शिव जी ਨੂੰ ਕਹਿੰਦੇ ਨੇ ਭੋਲੇ ਸ਼ੰਕਰ, ਭੋਲੇ ਨਾ ਭੋਲਾ ਭੋਲਾ, ਕੋਈ ਬੜਾ ਭੋਲਾ। ਇੱਕ ਠੱਗ ਨੂੰ ਵੀ ਵਰ ਦੇ ਦਿੱਤਾ, ਸੇਵਾ ਕਰਦਾ ਸੀ ਪਰ ਹੈਗਾ ਠੱਗ ਸੀ। ਉਹਦੀ ਨਿਗਾਹ ਠੀਕ ਨਹੀਂ ਸੀ, ਉਹਦੀ ਨਿਗਾਹ ਪਾਰਵਤੀ ਤੇ ਸੀ, शिव जी ਤੇ ਨਹੀਂ ਸੀ। ਉਹ ਇੱਕ ਤਰੀਕੇ ਨਾਲ ਪਾਰਵਤੀ ਦਾ ਤਲਬਗਾਰ ਸੀ, शिव जी ਦਾ ਨਹੀਂ ਸੀ। ਇੱਕ ਦਿਨ ਕਹਿਣ ਲੱਗਾ शिव जी ਨੂੰ, ਤੁਹਾਡੇ ਲਈ ਬਸਮ ਲਿਆਣੀ ਪੈਂਦੀ ਹੈ ਕਿਉਂਕਿ ਤੁਸੀਂ ਤਨ ਤੇ ਮਲਦੇ ਹੋ, ਲੱਭਣੀ ਪੈਂਦੀ ਹੈ। ਮੈਨੂੰ ਵਰ ਦੇ ਦਿਓ, ਮੈਂ ਜਿਸ ਚੀਜ਼ ਤੇ ਹੱਥ ਰੱਖਾਂ ਉਹ ਬਸਮ ਹੋ ਜਾਏ, ਤੁਹਾਡੇ ਵਾਸਤੇ ਫੌਰਨ ਲੈ ਆਇਆ ਕਰਾਂ। शिव जी ਨੇ ਦੇ ਦਿੱਤਾ, ਵਰ ਦੇ ਦਿੱਤਾ। ਕਹਿਣ ਲੱਗਾ ਹੁਣ ਮੈਂ ਪਹਿਲੇ ਤੁਹਾਡੇ ਹੀ ਸਿਰ ਤੇ ਹੱਥ ਰੱਖਣਾ। ਇਹ ਬਸਮਾਂ ਸੁਰ ਸੀ। शिव जी ਭੱਜੇ, ਲੈ ਇਹਨੂੰ ਵਰ ਦੇ ਦਿੱਤੇ ਤੇ ਮੈਨੂੰ ਬਸਮ ਕਰਨ ਲੱਗਾ। ਵਿਸ਼ਨੂੰ ਨੇ ਬਚਾਇਆ ਕਿ ਵਿਸ਼ਨੂੰ ਨੇ ਕਿਹਾ ਤੁਸੀਂ ਬੜੇ ਭੋਲੇ, ਠੱਗ ਨੂੰ ਵਰ ਦੇ ਦਿੱਤਾ। ਪਰ ਉਹ ਹੈ ਜੋ ਭੋਲਾ, ਭੋਲਾ ਸ਼ੰਕਰ, ਹਰ ਇੱਕ ਤੇ ਭਰੋਸਾ ਕਰਦਾ। ਚਲਾਕ ਬੰਦਾ ਠੱਗ ਤੇ ਸਕਦਾ ਹੈ, ਠਗਾ ਨਹੀਂ ਸਕਦਾ, ਚਲਾਕ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਲਾਕ ਮਨੁੱਖ ਨੂੰ ਮਨੁੱਖ ਹੀ ਨਹੀਂ ਮੰਨਦੇ। ਔਰੰਗਜ਼ੇਬ ਨੂੰ ਕਹਿੰਦੇ ਨੇ, ਅਸੀਂ ਮਰਦ ਮਨੁੱਖ ਨੂੰ ਉਸ ਨੂੰ ਮੰਨਦੇ ਹਾਂ ਜੋ ਦਿਲ ਦੇ 'ਚ ਹੈ ਉਹੀ ਜ਼ਬਾਨ ਦੇ 'ਚ ਹੈ, ਜੋ ਜ਼ਬਾਨ ਦੇ 'ਚ ਹੈ ਉਹੀ ਦਿਲ ਦੇ 'ਚ ਹੈ। ਤੂੰ ਬੜਾ ਚਲਾਕ ਹੈ, ਤੇਰੀ ਜ਼ਬਾਨ ਤੇ ਕੁਛ ਹੋਰ ਹੈ, ਤੇਰੇ ਦਿਲ ਵਿੱਚ ਕੁਛ ਹੋਰ। ਤੂੰ ਚਲਾਕ ਹੈ। ਇਸ ਵਾਸਤੇ ਪਤਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੀ ਕਹਿੰਦੇ ਨੇ, ਅਗਰ ਸਦਕੁਰਾਂ ਬਖੁਰੀ ਕਸਮ ਮਰਾ ਏਤਬਾਰ ਨਾ ਯਕ ਜ਼ਰਰਾ ਦਊਂ। ਇੱਕ ਨਹੀਂ ਤੂੰ 100 ਕਸਮਾਂ ਵੀ ਕੁਰਾਨ ਦੀਆਂ ਖਾਵੇਂ, ਹੋ ਸਕਦਾ ਤੇਰੇ ਤੇ ਕੋਈ ਭਰੋਸਾ ਕਰੇ, ਮੈਂ ਨਹੀਂ ਕਰ ਸਕਦਾ। ਤੂੰ ਮਨੁੱਖ ਨਹੀਂ ਹੈ, ਚਲਾਕ ਹੈ। ਮੈਂ ਚਲਾਕ ਬੰਦੇ ਨੂੰ ਮਨੁੱਖ ਹੀ ਨਹੀਂ ਮੰਨਦਾ। ਗੁਰੂ ਗੋਬਿੰਦ ਸਿੰਘ ਹਾਂ ਸੰਸਾਰ ਵਿੱਚ ਬਹੁਤ ਕੁਝ ਹਾਸਲ ਕਰ ਸਕਦਾ, ਸਿੰਘਾਸਣ ਹਾਸਲ ਕਰ ਸਕਦਾ, ਭੋਲੇ ਬੰਦੇ ਨਹੀਂ ਹਾਸਲ ਕਰ ਸਕਦੇ। ਪਬਲਿਕ ਨੂੰ ਠੱਗ ਹੀ ਨਹੀਂ ਸਕਦੇ, ਜਨਤਾ ਨੂੰ ਠੱਗ ਹੀ ਨਹੀਂ ਸਕਦੇ। ਅਸੀਂ ਇਹ ਕਰ ਦਿਆਂਗੇ, ਅਸੀਂ ਇਹ ਕਰ ਦਿਆਂਗੇ, ਅਸੀਂ ਇਹ ਕਰ ਦਿਆਂਗੇ, ਸਾਰਿਆਂ ਦੇ ਵੋਟ ਲੈ ਲਓ। ਇਹ ਕਰਨਾ ਕੁਛ ਵੀ ਨਹੀਂ। ਜੋ ਕੁਝ ਵੀ ਕਰਨਾ ਹੈ ਆਪਣੇ ਵਾਸਤੇ ਕਰਨਾ ਹੈ, ਕਿਸਨੇ ਦੇਸ਼ ਵਾਸਤੇ ਕਰਨਾ ਹੈ, ਕਿਸਨੇ ਕੌਮ ਵਾਸਤੇ ਕਰੀ। ਚਲਾਕ ਬੰਦਾ ਠੱਗ ਸਕਦਾ ਹੈ, ਠਗਾ ਨਹੀਂ ਸਕਦਾ। ਭੋਲਾ ਬੰਦਾ ਠਗਾ ਤੇ ਸਕਦਾ ਹੈ, ਠਗਾ ਜਾਏਗਾ ਕਿਉਂਕਿ ਭਰੋਸਾ ਜੋ ਕਰਦਾ ਇਹ ਭਰੋਸੇ ਕਰਕੇ ਠਗਾਏਗਾ। ਸ਼ੇਖ ਸਾਦੀ ਨੇ ਕਹਾਣੀ ਲਿਖੀ ਹੈ, ਲੰਬੀ ਚੌੜੀ ਮੁਖਤਸਰ ਮਹਿਲ ਤੇ ਭਾਵ ਵੀ ਰੱਖਦੇ ਹਾਂ ਤੁਹਾਡੇ ਸਾਹਮਣੇ। ਮੁਨਸਫ ਦੀ ਕਚਹਿਰੀ ਵਿੱਚ ਇੱਕ ਨੇ ਫਰਿਆਦ ਕੀਤੀ, ਫਲਾਣੇ ਤੇ ਮੈਂ ਬੜਾ ਭਰੋਸਾ ਕੀਤਾ, ਉਹਨੇ ਮੈਨੂੰ ਠੱਗ ਲਿਆ। ਮੁਨਸਫ ਨੇ ਉਸ ਨੂੰ ਪਕੜ ਕੇ ਆਪਣੀ ਕਚਹਿਰੀ 'ਚ ਬੁਲਾਇਆ ਤੇ ਮੁਨਸਫ ਪਹਿਲਾਂ ਹੀ ਸਵਾਲ ਕਰਦਾ ਹੈ ਵੀ ਇਸ ਬੰਦੇ ਨੇ ਤੇਰੇ ਤੇ ਇਤਨਾ ਭਰੋਸਾ ਕੀਤਾ, ਤੂੰ ਇਹਨੂੰ ਹੀ ਠੱਗ ਲਿਆ। ਪਤਾ ਉਹ ਕੀ ਕਹਿੰਦਾ ਹੈ ਮੁਨਸਫ, ਤੈਨੂੰ ਇਤਨਾ ਵੀ ਨਹੀਂ ਪਤਾ, ਜੇ ਭਰੋਸਾ ਨਾ ਕਰਦਾ ਤਾਂ ਮੈਂ ਠੱਗਦਾ ਕਿਸ ਤਰ੍ਹਾਂ? ਮੈਂ ਠੱਗ ਸਕਦਾ ਸੀ? ਮੈਂ ਠੱਗ ਹੀ ਨਹੀਂ ਸਕਦਾ ਸੀ। ਤੈਨੂੰ ਇਤਨਾ ਵੀ ਨਹੀਂ ਪਤਾ। ਚਤਰਾਈ ਨਾ ਚਤਰ ਭੁਜ ਪਾਈਏ, ਚਲਾਕ ਬੰਦੇ ਨੂੰ ਚਤਰ ਬੁੱਧ ਦੀ ਪ੍ਰਾਪਤੀ ਨਹੀਂ ਆਉਂਦੀ। ਚਤਰਾਈ ਨਾ ਚਤਰ ਭੁਜ ਪਾਈਏ, ਰੇ ਜਨ ਮਨ ਮੋਹ ਦੋਸਿਉ ਲਾਈਏ, ਕਹਿਤ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਗ। ਪਰਮਾਤਮਾ ਭੋਲੇ ਭਾ ਨਾਲ ਮਿਲਦਾ, ਭੋਲਾ ਅੰਦਰੋਂ ਬਾਹਰੋਂ ਇੱਕ ਹੈ। ਬੜੇ ਬੜੇ ਬ੍ਰਹਮ ਗਿਆਨੀ ਭਿਅੰਕਰ ਰੋਗੀ ਦੇਖੇ ਗਏ ਨੇ ਸਰੀਰ ਦੇ ਤਲ ਤੇ। ਸਿੱਖ ਜਗਤ ਵਿੱਚ ਮਹਾਨ ਬ੍ਰਹਮ ਗਿਆਨੀ ਸੰਤ ਬਾਬਾ ਅਤਰ ਸਿੰਘ ਜੀ, ਸੱਪ ਨੇ ਡੰਗ ਮਾਰਿਆ, ਬਿਟੰਡੇ ਦੀ ਗੱਲ, ਖੈਰ ਸਰੀਰ ਤੇ ਬਚ ਗਿਆ ਸੱਪ ਦੀ ਜ਼ਹਿਰ ਤੋਂ, ਪਰ ਇੱਕ ਲੱਤ ਗਲ ਗਈ, ਬੜਾ ਜ਼ਖਮ ਹੋਇਆ, ਠੀਕ ਵੀ ਨਹੀਂ ਹੋਇਆ। ਬੜੀ ਮਰਮ ਪੱਟੀ ਰੋਜ਼ ਹੁੰਦੀ ਰਹੀ ਤੇ ਆਖਰ ਡਾਕਟਰਾਂ ਨੂੰ ਸੰਤ ਜੀ ਨੇ ਕਹਿ ਦਿੱਤਾ, ਕੋਈ ਨਹੀਂ, ਇਸ ਰੋਗ ਨਾਲ ਵੀ ਰਹਿਣਾ ਪੈਣਾ, ਹੋ ਸਕਦਾ ਕਰਮ ਰੋਗ ਹੋਵੇ, ਭੋਗਣਾ ਪੈਂਦਾ। ਸਵਾਮੀ ਰਾਮ ਕ੍ਰਿਸ਼ਨ ਪਰਮਹੰਸਮ ਬੰਗਾਲ ਦੇ ਮਹਾਨ ਮਹਾਤਮਾ, ਗਲੇ ਦਾ ਕੈਂਸਰ ਸੀ, ਉਹਨਾਂ ਨੂੰ ਖਾ ਵੀ ਨਹੀਂ ਸਕਦੇ ਸਨ ਕੁਝ, ਸਿਰਫ ਦੁੱਧ ਕਹਿੰਦੇ ਸੀ। 4 ਸਾਲ ਗਲੇ ਦਾ ਕੈਂਸਰ ਰਿਹਾ। ਕ੍ਰਿਸ਼ਨਾ ਮੂਰਤੀ ਤਮਿਲਨਾਡੂ ਦੇ ਇੱਕ ਮਹਾਨ ਸੰਤ, ਇਹਨਾਂ ਨੂੰ ਵੀ ਕੰਠ ਦਾ ਹੀ ਕੈਂਸਰ ਸੀ ਔਰ ਕਾਫੀ ਪੀੜਤ ਰਿਹਾ। ਲੇਕਿਨ ਇਹ ਪੀੜਾ ਉਹਨਾਂ ਨੂੰ ਮਹਿਸੂਸ ਨਹੀਂ ਆਉਂਦੀ ਸੀ, ਕਾਰਨ ਤਨ ਤੇ ਮਨ ਦੋਹਾਂ ਤੋਂ ਉੱਚੇ ਉੱਠ ਗਏ। ਸੰਤ ਅਤਰ ਸਿੰਘ ਵੀ ਇਸ ਤਰ੍ਹਾਂ ਸਨ। ਤਨ ਦੇ ਤਲ ਤੇ ਜੀਵਦੇ ਨੇ ਪਸ਼ੂ, ਮਨ ਦੇ ਤਲ ਤੇ ਜੀਵਦੇ ਨੇ ਮਨੁਸ਼,
आत्मा के तल ते जींदे ने सन्नत। ये सतसंग इस वास्ते आउंदा है, इन्हां दोहां तो उच्चे उठिए। रोग सोग दुख जरा मरा हर जने नहीं निकटाने। अगर रोग नहीं तो उन्हां दा तन नाश नहीं होना चाहिए, नहीं वो तन तो उच्चे उठ गए, इस वास्ते रोग की की गल है। वो मन तो उच्चे उठ गए, इस वास्ते चिंता फिक्र सो नहीं। इस तो अगे लंघदा है आत्मा दा तल। इस मंजिल की तरफ वो चलेगा जिन्हों कोई गहरे दुख की चोट लग जाए, अपनी समझ की चोट लग जाए, या सत्संग दे गुरु के शब्द की चोट। या इस तो पहले ने जितने चिर तक संसार की प्यास शांत ना होवे, निरंकार की प्यास पैदा ही नहीं आती। इस चक्कर च ना पैना। अगर थोड़े विच कोई अभ्यासी होवेगा, इस मार्ग का पांदी होवेगा, बहुती पाठ पूजा ने भी अगर पूर्ण तड़प प्रभु की नहीं पैदा की तो वजह संसार की होवेगी। निरंकार की प्यास नहीं पैदा हुई तो वजह संसार की प्यास होवेगी, वो खिंचदी होवेगी। जैसे जैसे रोग मनुख की उम्र वधे, वैसे वैसे संसार की प्यास घटनी चाहिए। यह है सही जीवन। पर जैसे जैसे शरीर वध रहा है, उम्र वध रही है, तो नाले संसार की प्यास भी वधदी जाए। ये गलत जिंदगी है, गलत जीवन है। कहने ने बनस्पति तो सीखना चाहिए। जैसे जैसे फल पकदा है वो दरख्त नूं छोड़दा, जद पूरा पक जाए गिर जाता। कहंदा है दरख्त जिहड़ा रस तेरे को लेना सी दे ले, जो कुछ तैथों मैं प्राप्त करना सी कर ले, तेरी लोड़ होवे। जमीन पे आ जाता, जमीन की गोद पे आ जाता। पर मनुख जैसे जैसे पकदा है, बुढ़ा होंदा, बुढ़ा होना पकना है। जैसे जैसे पकदा है ना, जीवन नूं, संसार नूं, पदार्थां नूं, परिवार नूं बड़े जोर नाल पकड़दा है, किधरे छुटना है। फल जैसे जैसे पकदा है छोड़दा है, मनुख जैसे जैसे पकदा है पकड़दा है। इस वास्ते फल यात्रा तो ठीक पे कर देन, पर समझ नहीं है। अचेत मनुख नूं समझते है पर यात्रा गलत कर रहे, दिशा गलत है। जैसे जैसे पकदा है ये अंदर पकड़ घटनी चाहिए। सतसंग का लाभ की है, उसे दिन लाभ समझ लेना जिस दिन प्रभु की प्यास पैदा हो जाए। इस तो पहले जिमें कोई दुकान चला तेरे है पर अजे नफा कोई नहीं, आ तेरे है गुरुद्वारे, आ तेरे है सत्संग दे कथा कीर्तन सुन तेरे है, पर अजे प्रभु की प्यास नहीं पैदा हुई। गुरु रामदास जी महाराज कहते ने, अंतर प्यास उठी प्रभ केरी, सुन गुर बचन मन तीर लगैया। मैं फिर अर्ज करा, तीर तन नू लगे खून निकल जाए, शब्द दर तीर मन नू लगे लोभ निकल जाए। लोभ ही तो जिंदगी है। तन दियां लोड़ां नू मन ने लोभ बना ले, शरीर दियां लोड़ां नू मन ने लोभ बना ले, ये निकलदा। कोई संख लोड़ां दा त्यागी नहीं होंदा, लोभ दा त्यागी होंदा। ये भी मैं अर्ज करते हैं कि लोड़ का त्याग हो भी नहीं सकता, पखंड है। मैं अक्सर अर्ज करता हूं ना, मनुख भोजन का त्याग कर सकता है, भुख का त्याग किवें करेगा, किस तरह करेगा। मनुख पानी का त्याग कर सकता है, पर प्यास का त्याग किवें करेगा, किस तरह करेगा। मनुख ग्रस्त का त्याग कर सकता है, परिवार का त्याग कर सकता है, पर ग्रस्त दियां रुचियां का त्याग किवें करेगा, गुरु नानक नहीं मनते। पंक्ति में तुहानूं सरवण करावां, मैं बड़े बड़े साधुआं नूं जद सुनाई ते शर्मसार भी होए। जतन करे बिंद किवें ना रहाई, मनुआ डोले नरके जाए। गुरु नानक पंक्ति में फिर दोहरा रहे हैं। धन गुरु नानक देव जी महाराज दी पहले पास बड़ा यतन करदा इन्हां ग्रस्त दियां रुचियां नूं दबाण दी। इंज है जिवें भुख लगी है भोजन की, हुण भुख नूं कोई दबावे, प्यास नूं दबावे, दबेगी, वधेगी, रोज़ रोज़ वधेगी, समय नाल वधदी जाएगी।
जतन करे बिंद किवे ना रहाई, मनुआ डोले नरके जाए। भुख लगी है और किसी तरीके नाल नहीं मिटेगी, भोजन नाल मिटेगी, नहीं मिटेगी। भुख ते भोजन नाल मिटेगी, प्यास ते पानी नाल मिटेगी। गुरु नानक देव जी महाराज कहते लोड़ां दा त्याग नहीं हो सकता। जो लोड़ां दे त्याग दा नारा लांदा है पखंडी है। संत वो है जो लोभ दा त्यागी है, लोड़ां दा त्यागी नहीं, लोभ दा त्यागी है। ग्रस्त दा त्यागी नहीं है, सीमा तो वधी हुई वासना दा त्यागी है। पदार्थां दा त्यागी नहीं है, लोभ दा त्यागी। उम्मीद है गल पकड़ दे साई। धन गुरु रामदास जी महाराज कहते ने अंतर प्यास, हुण अंदर मन दे प्यास पैदा हो गई। परमात्मा की प्यास तन नूं नहीं लगनी, तन नूं ते पानी की प्यास लगती है। गुरबाणी की प्यास मन नूं लगेगी। ये भी मैं अर्ज करा, भोजन की भुख तन नूं लगती है, भजन की भुख ते मन नूं लगेगी। और भी मैं अर्ज करा, जिन्हों भोजन की भुख ना लगती होवे, वैद हकीम कहते ने शरीर रोगी है। रोगी भुख नहीं लगती, रोगी। जिस दे अंदर भजन की भुख नहीं, ये मानसिक रोगी है। ਇਹਦਾ मन इतना लोभ नाल भरिया होया है, परमात्मा की प्यास पैदा ही नहीं होती, भुख पैदा ही नहीं आती। ये मानसिक रोगी है। बहुत थोड़े ऐसे रोगी ने जिन्होंने भोजन की भुख नहीं लगती। ऐसे रोगियों नाल संसार भरिया पिया जिन्हों के अंदर भजन की भुख है ही नहीं, है ही भरिया पिया सारा संसार। जो जो दिसे सो सो रोगी। अंतर प्यास उठी प्रभ केरी, सुन गुर बचन मन तीर लगैया। मन की बिरथा मन ही जाने, अवर के जाने को पीर परे। तीर तन नूं लगे तन तड़पदा है। शब्द दा तीर मन नूं लगे ते लोभ जद निकलदा है मन भी तड़प, बड़ा भयंकर तड़पदा है। इस मानसिक पीड़ा नूं भाई गुरदास ने वर्णन किया है। दुनिया दे इस तरह का कोई भी दुख ते पीड़ा नहीं है शब्द की चोट खा के जो पीड़ा पैदा होगी। चलो मैं सवैया थानू सरवण करा ही रहना। अग्न जरत जल बूडत सरप ग्रसे, शस्त्र अनेक रोम रोम कर गात है। जीवदा जागदा मनुख ज्वालामुखी अग दे च गिर जाए ते जिंदा जल रहा होवे, जिहड़ी पीड़ा हुंदी है भाई जी कहंदे ने इकट्ठी करिए। अग्न जरत जल बूडत, बड़े गहरे पानी दे च डुब रहा होवे, गोते खा रहा होवे ते बचन दा कोई उपराला ना होवे। उस वक्त जो शरीरक ते मानसिक पीड़ा होंदी है भाई जी कहंदे ने भी इकट्ठी करिए। अग्न जरत जल बूडत सरप ग्रसे, कोबरे नाग ने फनियर सप ने डंग मारे, जहर चढ़नी शुरू हो गई। हुण जो शरीरक ते मानसिक संताप पैदा होंदा है, पीड़ा पैदा होंदी है भाई जी कहंदे ने भी इकट्ठी करी। सारे शरीर तो जब प्राण निकलते हैं बड़ी पीड़ा, सीमा तो वधी हुई पीड़ा ही मनुख नूं बेहोश कर देंदी है। मौत के समय बेहोश क्यों हो जाता? पीड़ा सीमा तो वधी है, सारे शरीर के तो प्राण निकल गए। कुदरत ने थोड़ी ये नियमावली बना दी है कि सीमा तो जद भी कोई पीड़ा वधदी है मनुख बेहोश हो जाता है। सारे शरीर चो प्राण निकलने हैं, बड़ी भयंकर पीड़ा, मनुख बेहोश हो जाता है। अग्न जरत जल बूडत सरप ग्रसे, शस्त्र अनेक रोम रोम कर घात है। अनेका तरह के शस्त्रां दे नाल रोम रोम जख्मी होवे, खून निकल रहा। ये जिहड़ी पीड़ा है भाई जी कहंदे ने भी इकट्ठी करी। हुण एक पंक्ति च इतनी पीड़ा। अग्न जरत जल बूडत सरप ग्रसे, शस्त्र अनेक रोम रोम कर घात है। दूसरी पंक्ति, बिरथा अनेक अपदा अधीन दीनगत,
ਗ੍ਰੀਖਮ ਔਰ ਸੀਤ ਬਰਖਮਾਏ ਨਿਸਪਰਾਤ ਹੈ। ਲੋੜਾਂ ਅਨੇਕਾਂ ਨੇ ਤੇ ਪੂਰੀ ਇੱਕ ਵੀ ਨਹੀਂ ਆਉਂਦੀ। ਭੁੱਖ ਲੱਗੀ ਹੈ, ਭੋਜਨ ਨਹੀਂ ਹੈ, ਪਿਆਸ ਲੱਗੀ ਹੈ, ਪਾਣੀ ਨਹੀਂ ਹੈ, ਤਨ ਨੂੰ ਢਕਣਾ ਕੱਪੜੇ ਨਹੀਂ, ਲੈ ਰਹਿਣ ਵਾਸਤੇ ਮਕਾਨ ਨਹੀਂ, ਉਪਜੀਵਕਾ ਚੱਲ ਸਕੇ ਕੋਈ ਰੋਜ਼ਗਾਰ ਨਹੀਂ। ਅਨੇਕਾਂ ਲੋੜਾਂ ਨੇ, ਪੂਰੀ ਇੱਕ ਵੀ ਨਾ ਹੋਵੇ। ਐਸੀ ਹਾਲਤ ਦੇ ਜੋ ਮਾਨਸਿਕ ਸੰਤਾਪ ਹੁੰਦਾ ਹੈ, ਮਾਨਸਿਕ ਪੀੜਾ ਹੁੰਦੀ, ਭਾਈ ਜੀ ਕਹਿੰਦੇ ਨੇ ਇਹ ਵੀ ਇਕੱਠੀ ਕਰੀ। ਆਪਦਾ ਅਧੀਨ ਦੀਨਗਤ ਸਰੀਰਕ ਬੜੇ ਭਿਅੰਕਰ ਰੋਗ ਦੇ ਚ ਹੋਵੇ, ਪਰਾਈ ਅਧੀਨਗੀ ਦੇ ਚ ਰਹਿਣਾ ਪੈ ਰਿਹਾ ਹੋਵੇ ਕਿ ਬਿਨਾਂ ਕਸੂਰ ਤੋਂ ਅਗਲਾ ਗਾਲਾਂ ਕੱਢੇ ਤੇ ਸਾਰਨੀਆਂ ਪੈਣ, ਮਜਬੂਰੀ ਤਾੜਨਾ ਕਰੇ ਤੇ ਮਜਬੂਰੀ ਸਾਰਨਾ। ਕੋਈ ਗਲਤੀ ਵੀ ਨਹੀਂ ਕੀਤੀ, ਕੋਈ ਕਸੂਰ ਵੀ ਨਹੀਂ, ਗਾਲਾਂ ਖਾਣੀਆਂ ਪੈਣ, ਅਗਲਾ ਤਾੜਨਾ ਕਰੇ। ਐਸੀ ਹਾਲਤ ਦੇ ਜੋ ਮਾਨਸਿਕ ਸੰਤਾਪ ਪੈਦਾ ਹੁੰਦਾ ਹੈ, ਭਾਈ ਜੀ ਕਹਿੰਦੇ ਨੇ ਉਹ ਵੀ ਇਕੱਠਾ ਕਰੇ। ਬਿਰਥਾ ਅਨੇਕ ਆਪਦਾ ਅਧੀਨ ਦੀਨਗਤ, ਗ੍ਰੀਖਮ ਔਰ ਸੀਤ ਬਰਖਮਾਏ ਨਿਸਪਰਾਤ ਹੈ। ਗਰਮੀ ਤੋਂ, ਸਰਦੀ ਤੋਂ, ਬਰਸਾਤ ਤੋਂ ਬਚਣ ਦਾ ਕੋਈ ਉਪਰਾਲਾ ਨਾ ਹੋਵੇ। ਦਿਨ ਰਾਤ ਗਰਮੀ 'ਚ ਰਹਿਣਾ ਪਵੇ, ਦਿਨ ਰਾਤ ਸਰਦੀ ਵਿੱਚ ਰਹਿਣਾ ਪਵੇ, ਦਿਨ ਰਾਤ ਬਾਰਿਸ਼ ਦੇ 'ਚ ਰਹਿਣਾ, ਬਚਣ ਦਾ ਕੋਈ ਉਪਰਾਲਾ ਨਹੀਂ। ਤੀਸਰੀ ਪੰਕਤੀ, ਗਊ ਦਿਜ ਬਧੂ ਬੰਸ ਵਿਸਵਾਸ ਬਦ ਕੋਟ ਹਤਿਆ ਤ੍ਰਿਸ਼ਨਾ ਅਨੇਕ ਦੁਖ ਦੋਖ ਸਮਝਾਤ ਹੈ। ਗਊ ਦੀ ਹੱਤਿਆ ਕਰੇ, ਕਿਸੇ ਭਗਤ ਨੂੰ ਮਾਰੇ, ਗੁਰਦਰੋਹੀ ਬਣੇ, ਕੁਲ ਦਾ ਘਾਤਕ ਹੋਵੇ, ਅਨੇਕਾਂ ਤਰ੍ਹਾਂ ਦੀ ਤ੍ਰਿਸ਼ਨਾ ਹੋਵੇ। ਇਸ ਤਰ੍ਹਾਂ ਦੇ ਪਾਪਾਂ ਦੇ ਨਾਲ ਜੋ ਮਾਨਸਿਕ ਸੰਤਾਪ ਪੈਦਾ ਹੋ ਜਾਂਦਾ ਹੈ, ਭਾਈ ਜੀ ਕਹਿੰਦੇ ਨੇ ਇਹ ਵੀ ਇਕੱਠਾ ਕਰੀਏ। ਹਰ ਪਾਪ ਮਾਨਸਿਕ ਪੀੜਾ ਦੇ ਜਾਂਦਾ, ਇਸ ਚੱਕਰ 'ਚ ਨਾ ਪੈਣਾ। ਪਾਪੀ ਮੌਜਾਂ ਉਡਾਉਂਦੇ ਨੇ, ਕਦੇ ਹੀ ਮੌਜਾਂ ਨਹੀਂ। ਐਵੇਂ ਇੱਕ ਬੋਤਲ ਸ਼ਰਾਬ ਦੀ ਇਸ ਵਾਸਤੇ ਪੀ ਲੈਂਦੇ ਨੇ, ਪਾਪ ਨੇ ਅੰਦਰ ਮਾਨਸਿਕ ਸੰਤਾਪ ਵਧਾ ਦਿੱਤਾ ਹੈ, ਪੀੜਾ ਵਧਾ ਦਿੱਤੀ। ਪੀੜਾ ਨੂੰ ਭੁਲਾਉਣ ਵਾਸਤੇ ਕਹਿੰਦੇ ਨੇ, ਔਰ ਕੁਛ ਵੀ ਨਹੀਂ, ਔਰ ਕੁਛ ਵੀ ਨਹੀਂ। ਪਾਪ ਤੇ ਸੰਤਾਪ ਪੈਦਾ ਕਰ ਦਿੰਦਾ, ਪੀੜਾ ਪੈਦਾ ਕਰ। ਗਊ ਵਿਜ ਬਧੂ ਵੰਸ ਵਿਸਵਾਸ ਬਦ ਕੋਟ ਹਤਿਆ ਤ੍ਰਿਸ਼ਨਾ ਅਨੇਕ ਦੁਖ ਦੋਖ ਸਮਗਾਤ ਹੈ। ਚੌਥੀ ਪੰਕਤੀ ਭਾਈ ਗੁਰਦਾਸ ਜੀ, ਅਨੇਕ ਪ੍ਰਕਾਰ ਜੋਰ ਸਗਲ ਸੰਸਾਰ ਸੋਦੇ। ਸੰਸਾਰ ਦੇ ਸਾਰੇ ਜਿਹੜੇ ਦੁੱਖ ਨੇ, ਭਾਈ ਜੀ ਕਹਿੰਦੇ ਨੇ ਮੈਂ ਇਕੱਠੇ ਕਰਕੇ ਦੇਖੇ। ਅਨੇਕ ਪ੍ਰਕਾਰ ਜੋਰ ਸਗਲ ਸੰਸਾਰ ਸੋਦੇ, ਪੀਆ ਕੇ ਵਿਛੋ ਪਲ ਇੱਕ ਨਾ ਪੁਜਾਤਾ। ਪਰਮਾਤਮਾ ਦੇ ਵਿਛੋੜੇ ਦੀ ਜਿਹੜੀ ਇੱਕ ਪਲ ਦੀ ਪੀੜਾ ਜੋ ਪੈਦਾ ਹੋ ਜਾਂਦੀ ਹੈ, ਇਹ ਸਾਰੀ ਪੀੜਾ ਇੱਕ ਪਲ ਦੀ ਤੁਲਨਾ ਤੇ ਵੀ ਨਹੀਂ ਹੈ। ਹੁਣ ਤੁਸੀਂ ਅੰਦਾਜ਼ਾ ਲਗਾਓ, ਭਗਤ ਕਿਤਨੀ ਪੀੜਾ ਚੋਂ ਲੰਘਦੇ ਆ, ਕਿਤਨੇ ਵੱਡੇ ਸੰਤਾਪ ਤੋਂ ਲੰਘਦੇ ਆ। ਇਸ ਵਾਸਤੇ ਗੁਰੂ ਰਾਮਦਾਸ ਜੀ ਕਹਿੰਦੇ ਨੇ, ਮਨ ਕੀ ਬਿਰਥਾ ਮਨ ਹੀ ਜਾਣੇ, ਅਵਰ ਕੇ ਜਾਣੇ ਕੋ ਪੀਰ ਪਰੇ, ਦੂਜਾ ਕੀ ਜਾਣੇ। ਕਬੀਰ ਵੀ ਕਹਿੰਦੇ, ਲਾਗੀ ਹੋਏ ਸੋ ਜਾਣੇ ਪੀਰ, ਰਾਮ ਭਗਤ ਅਣਿਆਲੇ ਤੀਰ। ਰਾਮ ਦੀ ਭਗਤੀ ਦਾ ਅਣਿਆਲਾ ਤੀਰ ਲਗੇ, ਪਰ ਇਹ ਉਹੀ ਜਾਣੇ ਜਿਹਨੂੰ ਲਗੇ ਹੋਵੇ ਤੀਰ। ਲਾਗੀ ਹੋਏ ਸੋ ਜਾਣੇ ਪੀਰ, ਰਾਮ ਭਗਤ ਅਣਿਆਲੇ ਤੀਰ। ਕਬੀਰ ਇੱਕ ਅਵਸਥਾ ਦੀ ਬਿਆਨ ਕਰਦੇ ਨੇ, ਤੀਰ ਲੱਗਦੇ ਹੈ ਕਿ ਹੁੰਦਾ ਕੀ ਹੈ, ਫਿਰ ਹੋ ਕੀ ਜਾਂਦਾ। ਇੱਕ ਸ਼ਲੋਕ ਦੇ 'ਚ ਇਹ ਵੀ ਬਿਆਨ ਕੀਤਾ ਹੈ ਭਗਤ ਕਬੀਰ ਨੇ। ਕਬੀਰ ਕਹਿੰਦੇ ਨੇ, ਗੂੰਗਾ ਹੁਆ ਬਾਬਰਾ, ਬਹਿਰਾ ਹੁਆ ਕਾਨ, ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰਵਾ। ਐਸਾ ਬਾਣੀ ਦਾ ਬਾਣ ਲੱਗਿਆ, ਗੂੰਗਾ ਹੋ ਗਿਆ। ਭਾਵ ਹੁਣ ਮੈਂ ਮਿੱਥਿਆ ਨਹੀਂ ਬੋਲਦਾ, ਹੁਣ ਮੈਂ ਵਿਅਰਥ ਨਹੀਂ ਬੋਲਦਾ, ਹੁਣ ਮੈਂ ਕੌੜਾ ਨਹੀਂ ਬੋਲਦਾ, ਹੁਣ ਮੈਂ ਫਿੱਕਾ ਵੀ ਨਹੀਂ ਬੋਲਦਾ। ਪਰ ਹੁਣ ਜਿਹੜੀ ਉਸ ਬਾਣ ਦੇ ਲੱਗਣ ਨਾਲ ਪੀੜਾ ਹੋਈ ਹੈ, ਉਹ ਵੀ ਮੈਂ ਨਹੀਂ ਬਿਆਨ ਕਰ ਸਕਦਾ। ਪਰ ਇਸ ਪੀੜਾ ਦੇ ਜਿਹੜਾ ਮੈਨੂੰ ਰਸ ਆਇਆ ਹੈ, ਇਸ ਪੀੜਾ ਦਾ ਭਿਅੰਕਰ ਪੀੜਾ, ਇਸ ਪੀੜਾ ਦੇ ਜਿਹੜਾ ਮੈਨੂੰ ਰਸ ਆਇਆ ਹੈ, ਮੈਂ ਇਹ ਵੀ ਨਹੀਂ ਬਿਆਨ ਕਰ ਸਕਦਾ, ਗੂੰਗਾ। ਤੁਸੀਂ ਆਖੋਗੇ ਪੀੜਾ 'ਚ ਰਸ, ਇੱਕੋ ਹੀ ਪੀੜਾ ਹੈ, ਬੜੀ ਭਿਅੰਕਰ ਪੀੜਾ ਹੈ, ਸਭ ਤੋਂ ਵੱਡੀ ਪੀੜਾ ਹੈ, ਪਰ ਰਸ ਵੀ ਹੈ। ਕੁਝ ਭਗਤਾਂ ਨੇ ਇੰਜ ਕਹਿ ਦਿੱਤਾ ਹੈ, ਨਹੀਂ ਮਿਲਦਾ ਤੇ ਤੂੰ ਨਾ ਹੀ ਮਿਲ, ਕਮ ਸੇ ਕਮ ਇਹ ਪੀੜਾ ਹੀ ਰਹਿਣ ਦੇ। ਅਮੀਰ ਖੁਸਰੋ ਕਹਿੰਦਾ,
या रब दुआए वसल ना हरगिज कबूल हो। हर वक्त मैं कहना तो मिल तो मिल तो मिल, फरियाद करदा मैं तड़पदा, कहंदा खुदा मैनू मिली ना। नाम ला या रब दुआए वसल ना हरगिज कबूल हो, फिर दिल में क्या रहेगा जो हसरत निकल गई। कोई नहीं तड़पण में, पीड़ा दे च भी एक रस है। कबीर कहंदे गूंगा हो गया, मैं नहीं दस सकदा, उस पीड़ा नूं नहीं दस सकदा, मैं उस रस नूं भी नहीं दस सकदा। गूंगा हो गया, मैं मिथ्या भी नहीं बोल सकदा, मैं कौड़ा भी नहीं बोल सकदा, मैं फिक्का भी नहीं बोल सकदा, मैं व्यर्थ भी नहीं बोल सकदा, गूंगा हो गया। गूंगा हुआ बावरा, बावरा कहंदे भोले नो, कि भोले दे अर्थ की करोगे, मूर्ख नादान नहीं। भोले दे अर्थ ने जो भावना नाल भर गया, भरोसे नाल भर गया, हर एक ते भरोसा करदा है, भावना नाल भरिया। भोले दे ये अर्थ नहीं जो अक्सर पंजाब रिस कर ले जाते हैं। भोले दे मुकाबले ते मुखालफ जिहड़ा शब्द है चलाक। चलाक बंदा बाहरों कुछ होर होंदा है, अंदरों कुछ होर होंदा है। भोला अंदरों बाहरों एक होंदा है, बस इन्नी गल। फिर भोले नूं मूर्ख क्यों आख्या गया? इस वास्ते आख्या गया, गुस्ताखी माफ, चलाक बंदा ठग ते सकदा है, ठगा नहीं सकदा। भोला बंदा ठगा ते सकदा है, ठग नहीं सकदा। भाई नहीं, पर मैं अर्ज करा, हज़ार दफा ठगाण दे नाल मनुख दी अध्यात्मक पस्ती इतनी नहीं आउंदी जितनी कि एक दफा किसी नूं ठग लैण नाल हो जाती। मनुख इतना गिर जाता एक दफा किसी नूं ठगण। चलाक बंदा ठग ते सकदा है, ठगा नहीं सकदा, चलाक है। कबीर कहंदे ने, कहत कबीर भगत कर पाया, भोले भाए मिले रग राया। परमात्मा भोले भा नाल मिलदा, चलाकियां नाल जो है नहीं मिलदा। हाफिज कहंदे ने, सद जां फिदाए आं के जबानश दिलश यकेस। ईरानी सूफी सन। हज़ारां जिंदड़ियां उस बंदे तो कुर्बान कीतियां जा सकदियां ने जिहड़ा अंदरों बाहरों एक है। जो जबान दे च है वही दिल दे च है, जो दिल दे च है वही जबान दे च। कई दफा जबान हाँ कर रही होंदी, अखां ना पईयां करदियां। जबान नाल कहंदा है, मित्रा तैनों मिल के बड़ी खुशी हुई है। अखां कह रही ने, कमबख्त कितों मिल गया, बड़े जरूरी काम ते जा रहे, इसी वक्त जाया करेगा, समा जाया करे। ये चलाक बंदियां दे कारण। जिन मन होर मुख होर, बाबा फरीद, जिन मन होर मुख होर से कांडे कचया। हज़ार जां फिदाए आं के जबानश दिलश यकेस। कबीर कहने भोला हो गए, गूंगा हुआ बावरा, बहरा हुआ कान। कन्ना तो बहरा हो गया, मैं व्यर्थ सुनदा भी नहीं, हुण मैं बिखे नाद सुनदा भी नहीं, और मैं चिंग चुगली ते निंदा सुनदा भी नहीं। गल खत्म, बहरा हो गया, नहीं सुनता, मैं सुनना भी बंद कर दिया। गूंगा हुआ बावरा, बहरा हुआ कान। पाँव ते पिंगल भया मारिया सतगुर बाण। ऐसा बाण बाणी दा लगे है, पैरां तो पिंगला हो गए। गल मन दी है, तन दी नहीं। स्वामी रामानंद का एक शब्द है बड़ा कीमती, धन गुरु ग्रंथ साहब जी महाराज के अंदर। कत जाइए रे घर लागो रंग, मेरा चित न चलत मन भयो। किहड़े पासे जावां? स्वामी रामानंद कहंदे मन पिंगला हो गया, भटकना मिट गए, भटकना मिट गए। कत जाइए रे घर लागो रंग, मेरा चित न चलत मन भयो पंग। पिंगला हो गया मन, पंग हो गए, भटकना मिट गई। कबीर कहंदे पैरां तो पिंगला हो गया, भाव मन पिंगला हो गया, भटकना मिट गई। गालिब ने भी इसनों अपने अंदाज दे बयान किया है और वाकई काबिल शुनीद है, बड़े कीमती बोलना है इस शायर के। कहेंगे मेरे टूटे हुए पाए तलब का मुझ पे ऐसा है, ये जो मेरे पैर टूट गए,
ਕਾਮਨਾਵਾਂ ਦੇ, ਇੱਛਾਵਾਂ ਦੇ, ਵਾਸ਼ਨਾਵਾਂ ਦੇ ਚੰਗਾ ਹੋਇਆ, ਚੰਗਾ ਹੋਇਆ। ਇਨ੍ਹਾਂ ਟੁੱਟੇ ਹੋਏ ਪੈਰਾਂ ਦਾ ਮੇਰੇ ਤੇ ਬਹੁਤ ਵੱਡਾ ਅਹਿਸਾਨ ਹੈ। मेरे टूटे हुए पाए तलब का मुझ पे ऐसा है, तुम्हारे दर से अब उठकर कहीं जाया नहीं जाता। मोहब्बत असल में मखमूर वो राज़े हकीकत है, समझ में आ गया है फिर भी समझाया नहीं जाता। गल मैं समझ लईए समझावा कि मैं गूंगा हो गया। भटकना मिट गई, चाहत मिट गई, तलब मिट गई, मन पिंगला हो गया। मेरे टूटे हुए पाए तलब का मुझ पे ऐसा है, तुम्हारे दर से अब उठकर कहीं जाया नहीं जाता। मोहब्बत असल में मखमूर वो राज़े हकीकत है, समझ में आ गया है फिर भी समझाया नहीं जाता। तो मैं अर्ज करा, चल पैंदी उस मनुख दी सुरत जो किधरे दुख दी चोट खा जाता है, अपनी समझ दी चोट खा जाता है, या संगत विच गुरु दे शब्द दी चोट खा जाता है। बिना चोट खाद्या खेड नहीं बनेगी, नहीं बन सकता। बिना जरब पुचाए सितार ही नहीं बोल दो। इसनों उस्ताद ज़ौक इंज बयान करते हैं, जख्म जब भी कोई जहनो दिल पे लगा, जब भी कोई चोट मैनू लगी, जख्म जब भी कोई जहनो दिल पे लगा, जिंदगी की तरफ एक दरीचा खुला। कहता हर चोट ने मैनू नवा रस्ता दिता है, हर दुख ने मैनू नवा मार्ग दिता है। तो मैं दुख नू दुख किवें कह देवां? गुरु नानक ने दुख नू दारू कह दिता है। दुख दारू बड़े रस्ते खोल रहा है। जे मैं फिर अर्ज करा, बिना दुख की चोट तो खाए तो कोई परमात्मा के मार्ग ते भी नहीं चलता। एक वाहिद अवतारी पुरुष ने धन गुरु नानक देव जी महाराज दुख नू दारू कह रहे हैं। दुख दारू, सुख सुख ते रोग बन जाते हैं। सुख अयाश बना देंदा है, सुख हंकारी बना देंदा है, सुख आलसी बना देंदा है। बहुते सुखियारे बंदे तो दोपहर नूं उठदे ने, उस तो पहले नहीं। जख्म जब भी कोई ज़हनो दिल पे लगा, जिंदगी की तरफ एक दरीचा खुला। हम भी गोया किसी साज के तार हैं, चोट खाते रहे गुनगुनाते। बिना चोट खादियां जबान से वाहिगुरु वाहिगुरु नहीं निकलता, नहीं निकलता। अगर वाहिगुरु वाहिगुरु जपना ये प्यास दे हो रहा है, प्यास है तो पानी पानी कर रहे, पीड़ा है, तीर लगे है शब्द दा ते वाहिगुरु वाहिगुरु कर रहे, ऐसे मनुख दी सुरत कर्म कांड को अगे चली जाए, शरा तो अगे चली जाए। ऐसा मनुख शरे भी नहीं होगा। जैसे इथों दिल्ली जाना है, फिर अगला मेरे को पूछे अलवर छोड़ना ना पवे तो दिल्ली पहुंच जाइए, कोई ढंग दसो? है कोई ढंग? है कोई ढंग? कर्म कांड सुटे ना, धर्म खंड सुटे ना, ते ज्ञान खंड दे पहुंच जाए न, कोई ढंग सुट जाता। जवानी दे आउंदियां बचपना आपे ही चला जाता, बुढ़ेपे दे आउंदियां जवानी रुखसत हो जाती है। ज्ञान कांड दे प्रगट होंदियां कर्म कांड चढ़ जाता, चढ़ जाता, अपने आप चढ़ जाता। वो मैंने नहीं रखता, लेकिन मैं फिर भी अर्ज कर दिया, जिहड़ा इस मार्ग ते चलिया नहीं उहदे वास्ते ते कर्म कांड पहले है। ठीक है, बड़ा चिंतक है, बड़ा फिलॉसफर है, बड़ी समझ है, पर शुरू ते ऊड़े आड़े तो कीती सी ना, काखा तो शुरू की सी, अलबे तो शुरू की सी, ये भी तो शुरू की सी ना। भावें बड़ा पंडित है, भावें अज काखा पढ़न की लोड़ नहीं, ऊड़ा एड़ा पढ़न की लोड़ है, पर किसी वक्त सी, किसी वक्त सी कि 10वीं दे विद्यार्थी नो जबरदस्ती पकड़ के आखिए पहली च बैठ, जिहड़ियां किताबां पढ़ चुके हैं फिर पढ़, जिहड़ी तख्ती तो लिखदा रहे फिर लिख, किन्नी पीड़ा होवेगी उहदे वास्ते ते सब बेमैनी पति छुट गए, कर्म कांड छुट जाता, अपने आप छुट गया। आम मनुखों की धार्मिक बोल चाल तो भी पता चल जाता है कर्म कांडी है कि ज्ञान कांडी है, पता चल जाता।
धर्मखंड तो मुराद इतनी है, ਉਹਦਾ शरीर मर्यादा ਦੇ ਚ, मन ਤੇ बेमर्यादा। मन मर्यादा ਦੇ ਚ ਨੇ। अजे मन की कोई यात्रा भी आरंभ नहीं होई, अजे मन चलिया भी नहीं। लेकिन सतसंग विच आउंदियां अपने आप नूं मर्यादा च रखदियां, जिस दिन शब्द दी चोट मन खा जाता है, चल पैंदा है मन। दूसरे पड़ाव का नां सतगुरां ने ज्ञान खंड रखे। धर्म खंड का एहो धर्म, ज्ञान खंड का आखो कर्म। महाराज कहते मैं ज्ञान खंड की अवस्था बयान करन लगा। केते पौन पानी बैसंतर केते कान महेश। महाराज कहते कई तरह की हवा है, उन्होंने पता चल जाता एक तरह की पवन नहीं है। इस जमीन के उत्ते भी एक तरह की पवन नहीं है। कई दफ़ा शरीर किसी का एक जगह तो ठीक नहीं आता, उन्होंने वैद भी कह देंगे ने आबो हवा बदल ले, पानी बदल ले, हवा बदल ले। हर जगह की हवा एक सार नहीं है, इको जैसी नहीं है। हर जगह का पानी इको जैसा नहीं है। अनंत धरतियां ने, बेसुमार धरतियां ने, उसनों पता चल जाता है केते पौन पानी दे संतर केते कान महेश। श्री कृष्ण जैसे अवतार सुनके अनंत धरतियां ने कि हर धरती से कोई ना कोई अवतारी पुरुष आउं। महाराज कहते कितने अनंत। कबीर भी कहते मैं फिर अज करा हो सकता है कर्म कांडी नूं कुछ चोट लगे, पर गिला कबीर पे कर लेना, मेरे ते ना करना। मैं कबीर दे बोल फाउन सुना लगा। कबीर दी सुरत जद ज्ञान कान विच पहुंची है, वो कहते कोट सूर जाके परगास, कोट महादेव अर कवलास। मैं करोड़ां सूरज वेख लिया, पहले दसो ते सही किहड़े सूरज नूं पानी देंदे पयो ते किहड़े सूरज नूं भगवान आखदे पयो। मैनूं करोड़ां दिखाई दे रहे, पर मैनूं दसो ते सही किस दी पूजा कर रहा। ये सब उस करते दी कृत है। कोट सूर जाके परगास, कोट महादेव अर कवलास। महादेव जैसे जोगीश्वर भोले संत सुबह पता नहीं कितने हैं। कबीर बड़े ने, बड़े ने। कवलापति लक्ष्मी दे पति पता नहीं कितने विष्णु ने, कोई भगत कबीर। कंठ तक ये शब्द आ गया सी धन गुरु ग्रंथ साहब का वाक कबीर दा बोले, मैं कि वापस ले जाना ठीक नहीं, थानू सुना रही। कोट चंद्र में करें चराग, एक चंद्रमा है करोड़ां। सुर तो 30 उजेवे पाक, केड़े 35 करोड़ देवतियां दे चक्कर दे पयो परमात्मा दी झूठ लभदे फिरदे ने। इस तरह के देवते पता नहीं कितने ठोकरां खांदे फिरे। देवता जिहदे अंदर ज्ञान का दीवा जल गया, सूझवान पता नहीं कितने ने, कोई एक। कोटक कुमेर भरे भंडार, कोटक लक्ष्मी करे सिंगार। लंबा चौड़ा शब्द मुक्तसर में अर्ज करा। सहस कोट बो कहत पुराण, दुर्योधन का मथया मान। जिसने दुर्योधन दे मान नूं मिट्टी च मिला दिता। पता नहीं कितनियां धरतियां ने ते उन्हां ते कृष्ण जैसे अवतार कितनी दफा आए, पता नहीं कितने। बावन कोट जाके रुमावली, रावण सेना जैते चली। कबीर का शब्द मैं थोड़े सामने किया। गुरु नानक इस नूं बड़े फिलसफाना ढंग नाल बयान करदे। पवन उपाय धरी सब धरती, जल अग्नि का बंद किया। अंदरे दे सिर मूंड कटाया, रावण मार क्या वड़ा बया। आसा मल्ला पै। बड़ा खुलासा, पर ज्ञान कांड दीयां गल्लां ने, एक कर्म कांडी नूं नहीं ठीक लगी। ये ऊड़ा ऐड़ा पढ़न वाले जगों जो वड्डी किताब रख देती बेमैनी। केते कान महेश, केते बर में काड़त गड़िए रूप रंग के वे। केतिया कर्म भूमि मेर केते, केते तो उपदेश। पता नहीं ध्रुव नूं उपदेश करने वाले नारद जैसे ऋषि कितने ने, कोई एक। कितने महात्मा बुद्ध जैसे जपेश्वर ते तपेश्वर ने, कोई एक। इसे वास्ते गुरु गोबिंद सिंह जी महाराज ने ऐलानिया कह दिता, जो हमको परमेश्वर उचरहें ते सब नरक कुंड में पए।
ਜਿਹੜਾ ਮੈਨੂੰ ਪਰਮਾਤਮਾ ਆਖੇਗਾ ਕੁੰਭੀ ਨਰਕ ਲੈ ਜਾਏਗਾ, ਮੁਕਤ ਨਹੀਂ ਹੋਵੇ। ਫਿਰ ਤੁਸੀਂ ਕੌਣ ਹੋ? ਤੁਹਾਨੂੰ ਕੀ ਜਾਣੀ ਹੈ? ਮੋਕੋ ਦਾਸ ਤਵਨ ਕਾ ਜਾਨੋ, या मैं भेद न रंच पछानो, मैं हूं परम पुरख को दासा, देखन आयो जगत तमासा। मैं उसका एक निवाणा जिहा सेवक हाँ, दास ਉਹਦੀ ਗੱਲ ਕਰਨ ਵਾਲਾ, ਉਹਦਾ ਢੰਡੋਰ ਸੀ। ਇਸ ਤੋਂ ਇਲਾਵਾ ਉਹਦੀ ਗੱਲ ਕਰਨ ਵਾਲਾ, ਜੋ ਨਿਜ ਪ੍ਰਭੂ ਮੋ ਸੋ ਕਹਾ ਸੋ ਕਹਿਓ ਜਗਮਾ, ਬਸ ਉਹਦੀ ਗੱਲ ਕਰਨ ਵਾਲਾ, ਇਸ ਤੋਂ ਇਲਾਵਾ ਕੁਛ ਵੀ ਨਹੀਂ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਸ਼ੇਖ ਸ਼ਰਫ ਸੂਫੀ ਫਕੀਰ ਨੇ ਪ੍ਰਸ਼ਨ ਕੀਤਾ ਸੀ, ਤੁਸੀਂ ਕੌਣ ਹੋ? ਅਰਪ ਤੁਸੀਂ ਆਪ ਕਰਨਾ, ਮੈਂ ਨਹੀਂ ਕਰਨੇ। ਸਤਿਗੁਰੂ ਦਾ ਸ਼ਬਦ। ਜਦੋਂ ਪੁੱਛਦੇ ਨੇ ਤੁਸੀਂ ਕੌਣ ਹੋ, ਸਾਹਿਬ ਕਹਿੰਦੇ ਨੇ ਮਾਨਸ ਮੂਰਤ। ਤੁਸੀਂ ਕੌਣ ਹੋ? ਇਹਦਾ ਜਵਾਬ ਦਿੰਦੇ ਨੇ ਮਾਨਸ ਮੂਰਤ ਨਾਨਕ ਨਾਮ। ਮਨੁੱਖ ਦੀ ਮੂਰਤੀਆਂ ਕਿ ਇਸ ਮੂਰਤੀ ਦਾ ਨਾਂ ਹੈ ਨਾਨਕ। ਬਸ ਇੱਥੇ ਤੱਕ ਹੀ ਮੈਂ ਅਰਜ਼ ਕਰਦੇ ਨੇ। ਮਾਨਸ ਮੂਰਤ ਨਾਨਕ ਨਾਮ, ਕਰਨੇ ਕੁੱਤਾ ਦਰਪੁਰਮਾ। ਜ਼ਬਾਨ ਕੰਮ ਜਾਂਦੀ ਹੈ ਔਰ ਕਰਨ ਤੱਕ ਕੁਛ ਵੀ ਆਪਣੇ ਆਪ ਨੂੰ ਪ੍ਰਗਟਾਇਆ ਨਹੀਂ, ਜ਼ਾਹਿਰ ਨਹੀਂ ਕੀਤਾ। ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ। ਜਦ ਇਹ ਭਾਵ ਕਿਸ ਦੇ ਅੰਦਰ ਪੈਦਾ ਹੁੰਦਾ, ਉਹ ਸਭ ਕੁਛ ਹੋ ਜਾਂਦਾ, ਸਭ ਕੁਛ ਹੋ ਜਾਏ। ਪਹਿਲੇ ਇਹ ਪੈਦਾ ਹੁੰਦਾ, ਮੈਂ ਕੁਛ ਨਹੀਂ ਜਾਣਦਾ, ਮੈਂ ਕੁਛ ਨਹੀਂ ਜਾਣਦਾ, ਮੈਂ ਕੁਛ ਨਹੀਂ ਜਾਣਦਾ, ਸਭ ਕੁਝ ਜਾਣ ਲੈਂਦਾ। ਵਾਹ, ਮੈਂ ਕੁਛ ਨਹੀਂ ਆ, ਮੈਂ ਕੁਛ ਨਹੀਂ ਆ। ਇਸ ਚੀਜ਼ ਦਾ ਜਿਤਨਾ ਗਹਿਰਾ ਬੋਧ ਹੁੰਦਾ ਹੈ, ਉਹ ਸਭ ਕੁਛ ਹੋ ਜਾਂਦਾ। ਇਹ ਵੀ ਮਹਿਜ਼ ਕਰਦੇ ਹਾਂ। ਮਾਨਸ ਮੂਰਤ ਨਾਨਕ ਨਾਮ, ਕਰਨੇ ਕੁੱਤਾ ਦਰ ਪ੍ਰਵਾਨ। ਇਸ ਵਾਸਤੇ ਸਤਿਗੁਰਾਂ ਨੇ ਕੋਈ ਆਪਣੀ ਤਸਵੀਰ ਦੀ ਪੂਜਾ ਨਾ ਦੱਸੀ, ਆਪਣੀ ਮੂਰਤੀ ਦੀ ਪੂਜਾ ਨਾ ਦੱਸੀ, ਹਟ ਗਏ ਇੱਕ ਪਾਸੇ। ਔਰ ਗੁਰੂ ਅਰਜਨ ਦੇਵ ਜੀ ਨੇ ਤੇ ਇਤਨੀ ਹਿੰਮਤ ਕੀਤੀ ਹੈ, ਜੇ ਧੀਆਂ ਪੁੱਤਰ ਰੋਕ ਦੇਣ ਤੇ ਮਾਇਆ ਹੈ, ਜੇ ਧਨ ਸੰਪਦਾ ਰੋਕ ਦੇਵੇ ਤੇ ਮਾਇਆ ਹੈ, ਤੇ ਜੇ ਇਸ਼ਟ ਅਵਤਾਰ ਵੀ ਰੋਕ ਦੇਵੇ ਤੇ ਮਾਇਆ। ਸ਼ਲੋਕ ਮੈਂ ਤੁਹਾਡੇ ਸਾਹਮਣੇ ਰੱਖੇ। ਮਾਇਆ ਚਿਤ ਭਰ में, ਮਾਇਆ ਨਹੀਂ ਚੱਲਣ ਦਿੰਦੀ। ਤੇ ਫਿਰ ਮਾਇਆ ਦਾ ਰੂਪ, ਮਾਇਆ ਚਿਤ ਭਰ में ਇਸ਼ਟ ਮਿਤਰੇਕ ਬਾਂਧਵੇ। ਸੰਬੰਧੀਆਂ ਨੇ ਰੋਕ ਦਿੱਤਾ ਮਾਇਆ, ਮਿੱਤਰਾਂ ਨੇ ਰੋਕ ਦਿੱਤਾ ਮਾਇਆ, ਧਨ ਸੰਪਦਾ ਨੇ ਰੋਕ ਦਿੱਤਾ ਮਾਇਆ, ਅਵਤਾਰ ਨੇ ਰੋਕ ਦਿੱਤਾ ਮਾਇਆ। ਉੱਥੇ ਹੀ ਰੁਕ ਕੇ ਰਹੇ। ਇਹ ਹਿੰਮਤ ਹੈ ਗੁਰੂ ਅਰਜਨ ਦੇਵ ਜੀ। ਅਵਤਾਰ ਨੂੰ ਵੀ ਮਾਇਆ ਸਮਝ ਲੈਣਾ, ਅਗਰ ਨਿਰੰਕਾਰ ਦੇ ਮਾਰਗ ਵਿੱਚ ਦੀਵਾਰ ਬਣ ਗਏ, ਉੱਥੇ ਹੀ ਰੁਕ ਗਏ ਮਨੁੱਖ। ਗੁਰੂ ਅਰਜਨ ਦੇਵ ਜੀ ਦਾ ਵਾਕ ਬੜਾ ਕੀਮਤੀ ਗਾਥਾ ਦੇ। ਮਾਇਆ ਚਿਤ ਭਰ में, ਮਾਇਆ ਰੋਕ ਰਹਿੰਦੀ ਹੈ। ਕਿਧਰੇ ਪਰਿਵਾਰ ਰੋਕ ਦਿੰਦਾ ਹੈ, ਕਿਧਰੇ ਧਨ ਸੰਪਦਾ ਰੋਕ ਦਿੰਦੀ ਹੈ, ਕਿਧਰੇ ਪ੍ਰਭਤਾ ਰੋਕ ਦਿੰਦੀ ਹੈ, ਕਿਧਰੇ ਅਵਤਾਰ ਰੋਕ ਦਿੰਦੇ ਨੇ, ਦੇਵੀ ਦੇਵਤੇ ਰੋਕ ਦੋ, ਉੱਥੇ ਹੀ ਮਨੁੱਖ ਰੁਕ ਜਾਂਦਾ। ਅਵਤਾਰ ਨਾ ਪਾਵੇਂ ਅੰਕ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਇਸ਼ਟ ਮਿਤਰੇਖ ਬਾਂਧਵੇ। ਗਿਆਨ ਖੰਡੀ ਮਨੁੱਖ ਨੂੰ ਇਹ ਸਭ ਕੁਝ ਸਮਝ ਆ ਜਾਂਦੀ ਹੈ। ਪਤਾ ਨਹੀਂ ਕਿਤਨੇ ਅਵਤਾਰ ਨੇ, ਕਿਤਨੀ ਤਰ੍ਹਾਂ ਦੀ ਧਰਤੀਆਂ ਨੇ, ਕਿਤਨੇ ਸੂਰਜ ਨੇ, ਕਿਤਨੇ ਚੰਦਰਮਾ ਨੇ। ਐਸਾ ਮਨੁੱਖ ਕ੍ਰਿਤ ਨੂੰ ਵੇਖਦਾ ਹੈ, ਪਰ ਪੁਜਾਰੀ ਕਰਤੇ ਦਾ ਬਣਦਾ, ਕ੍ਰਿਤ ਦਾ ਨਹੀਂ। ਕ੍ਰਿਤ ਦਾ ਪੁਜਾਰੀ ਗਿਆਨ ਖੰਡੀ ਨਹੀਂ ਹੈ, ਕਰਮ ਖੰਡੀ। ਉਹ ਕ੍ਰਿਤ ਦਾ ਪੁਜਾਰੀ ਨਹੀਂ ਹੋਵੇਗਾ। ਕਿਉਂ? ਕ੍ਰਿਤ ਬਣਦੀ ਹੈ ਤੇ ਮਿਟਦੀ ਹੈ। ਸਾਗਰ ਵਿੱਚ ਲਹਿਰਾਂ ਬਣਦੀਆਂ ਨੇ, ਮਿਟਦੀਆਂ ਨੇ, ਬਣਦੀਆਂ ਨੇ, ਮਿਟਦੀਆਂ ਨੇ। ਕ੍ਰਿਤ ਕੋਈ ਵੀ ਜੋ ਪ੍ਰਮਾਤਮਾ ਨੇ ਬਣਾਈ ਹੈ, ਬਣ ਕੇ ਮਿਟਦੀ, ਉਹਦਾ ਖੇਲ ਹੈ, ਉਹਦਾ ਤਮਾਸ਼ਾ ਹੈ। ਆਵਨ ਜਾਣ ਕੇ ਖੇਲ ਬਣਾਇਆ। ਸਿਰਫ ਮਨੁੱਖ ਹੀ ਆਉਂਦਾ ਜਾਂਦਾ ਨਹੀਂ ਹੈ। ਧਰਤੀਆਂ ਆਉਂਦੀਆਂ ਨੇ, ਚਲੇ ਜਾਂਦੀਆਂ ਨੇ, ਸੂਰਜ ਆਉਂਦੇ ਨੇ, ਚਲੇ ਜਾਂਦੇ ਨੇ, ਚੰਦਰਮਾ ਚਲਾ ਜਾਂਦਾ। ਪਤਾ ਨਹੀਂ ਕਿਤਨੇ ਚੰਦਰਮਾ ਮਿਟ ਚੁੱਕੇ ਨੇ। ਜ਼ਮੀਨ ਵਿੱਚ ਇਸ ਵਕਤ 6 ਅਰਬ ਦੇ ਕਰੀਬ ਮਨੁੱਖ ਹੋ ਚੁੱਕੇ ਨੇ। ਅਰਬਾਂ ਖਰਬਾਂ ਸੂਰਜ ਨੇ। ਹੁਣ ਮੈਂ ਅਰਜ਼ ਕਰਾਂ, ਪਤਾ ਨਹੀਂ ਕਿਤਨੇ ਮਨੁੱਖਾਂ ਦੀਆਂ ਕਬਰਾਂ ਬਣ ਚੁੱਕੀਆਂ ਨੇ, ਚਿਤਾਵਾਂ ਜਲ ਚੁੱਕੀਆਂ ਨੇ। ਬ੍ਰਹਿਮੰਡ ਵਿੱਚ ਅਰਬਾਂ ਖਰਬਾਂ ਸੂਰਜ ਮਿਟ ਚੁੱਕੇ ਨੇ, ਖਤਮ ਹੋ ਚੁੱਕੇ। ਕਿਤਨੇ ਮਨੁੱਖੀ ਬੱਚੇ ਮਾਤਾਵਾਂ ਦੇ ਗਰਭ ਵਿੱਚ ਨੇ। ਪਤਾ ਨਹੀਂ ਕਿਤਨੇ ਸੂਰਜ ਅਕਾਲ ਪੁਰਖ ਦੀ ਗਰਭ ਵਿੱਚ ਨੇ, ਇਹਦੇ ਪ੍ਰਗਟ ਹੋਣਗੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਮਾਣ, ਅਕਾਲ ਪੁਰਖ ਕੀ ਦੇਹ में ਕੋਟਕ ਵਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕੇ ਤੇ ਰਵ ਸਸ ਕੋਟ ਜਲੇ। ਪਤਨਾ ਕਿਤਨੇ ਸੂਰਜ ਅਜੇ ਜਨਮ ਲੈਣਗੇ, ਕਿਤਨੇ ਅਵਤਾਰ ਅਜੇ ਜਨਮ ਲੈਣਗੇ, ਕਿਤਨੇ ਚੰਦਰਮਾ ਅਜੇ ਜਨਮ ਲੈਣਗੇ। ਹਜ਼ਾਰਾਂ ਮਨੁੱਖਾਂ ਦੀਆਂ ਨਹੀਂ, ਅਰਬਾਂ ਖਰਬਾਂ ਦੀਆਂ ਕਬਰਾਂ ਬਣ ਚੁੱਕੀਆਂ ਨੇ।
ਬਾਬਾ ਫਰੀਦ ਕਹਿੰਦੇ ਜਿੱਥੇ ਅਸੀਂ ਬੈਠੇ ਹਾਂ ਉੱਥੇ ਮਨੁੱਖ ਦੀ ਖਾਕ ਹੋਣੀ ਚਾਹੀਦੀ, ਜਿੱਥੇ ਵੀ ਬੈਠੇ। ਹੁਣ ਤੇ ਵਿਗਿਆਨ ਕਹਿਣ ਲੱਗ ਪਿਆ ਜਿੱਥੇ ਅਸੀਂ ਬੈਠੇ ਹਾਂ 10 ਬੰਦਿਆਂ ਦੀ ਰਾਖ ਖਾਕ ਹੋਣੀ ਚਾਹੀਦੀ। ਜਿਸ ਆਸਨ ਹਮ ਬੈਠੇ ਕਿਤੇ ਬੈਸ, ਜਿੱਥੇ ਅਸੀਂ ਬੈਠੇ ਹਾਂ ਪਤਾ ਨਹੀਂ ਕਿਤਨਿਆਂ ਦੀ ਖਾਕ ਹੈ, ਕਿਤਨੇ ਬੈਠ ਗਏ। ਅਰਬਾਂ ਖਰਬਾਂ ਮਨੁੱਖ ਮਿਟ ਚੁੱਕੇ ਨੇ, ਅਰਬਾਂ ਖਰਬਾਂ ਸੂਰਜ ਮਿਟ ਚੁੱਕੇ, ਲੱਖਾਂ ਮਨੁੱਖੀ ਬੱਚੇ ਰੋਜ਼ ਜਨਮ ਪੈ ਲੈਂਦੇ ਨੇ। ਅੱਖ ਦੇ ਪਲਕਾਰੇ ਦੇ ਪਤਾ ਨਹੀਂ ਕਿਤਨੇ ਸੂਰਜ ਨਵੇਂ ਜਨਮ ਪੈ ਲੈਂਦੇ, ਕਿਤਨੇ ਬੱਚੇ ਮਾਤਾਵਾਂ ਦੇ ਗਰਭ ਦੇ ਚ ਨੇ, ਪਤਾ ਨਹੀਂ ਕਿਤਨੇ ਸੂਰਜਾਂ ਨੇ ਅਜੇ ਜਨਮ ਲਏ, ਅਜੇ ਅਕਾਲ ਪੁਰਖ ਦੇ ਗਰਭ ਦੇ ਚ ਨੇ। ਗਿਆਨ ਖੰਡੀ ਨੂੰ ਇਹ ਸਮਝ ਪੈ ਜਾਂਦੀ ਹੈ ਉਹ ਕ੍ਰਿਤ ਦਾ ਪੁਜਾਰੀ ਨਹੀਂ ਬਣਦਾ, ਕਰਤੇ ਦਾ ਬਣਦਾ। ਬਿਨ ਕਰਤਾਰ ਨ ਕਿਰਤਮ ਮਾਨੋ, ਮਹਾਰਾਜ ਕਹਿੰਦੇ ਕਰਤਾਰ ਨੂੰ ਮੰਨੋ, ਕਰਤੋਂ ਨੂੰ ਮੰਨੋ, ਕਿਰਤਮ ਨੂੰ ਛੋੜੋ। ਇਹ ਜੋ ਕਿਰਪ ਹੈ ਇਹ ਬਣਦੀ ਹੈ ਮਿਟਦੀ ਹੈ। ਲਹਿਰ ਦੀ ਪੂਜਾ ਕਰੋਗੇ, ਪੂਜਾ ਕਰਦਿਆਂ ਕਰਦਿਆਂ ਲਹਿਰ ਮਿਟ ਗਈ। ਸਰੀਰ ਨੂੰ ਗੁਰੂ ਮੰਨਿਆ, ਉਹ ਸਰੀਰ ਨਾ ਰਿਹਾ ਤੇ ਫਿਰ ਕੱਲ ਕੀ ਕਰੋਗੇ, ਹੋਰ ਸਰੀਰ ਲੱਭੋਗੇ। ਫਿਰ ਸਰੀਰ ਦੀ ਸੀਮ ਹੈ, ਸਰੀਰ ਬੈਠਾ ਹੋਵੇ ਕਿਧਰੇ ਪਿੰਡ ਵਿੱਚ, ਕਿਸੇ ਸ਼ਹਿਰ ਵਿੱਚ, ਕਿਸੇ ਦਿੱਲੀ ਵਿੱਚ, ਤੇ ਇੱਥੇ ਵਿਪਤਾ ਪੈ ਜਾਏ, ਉਹਨੂੰ ਪੁਕਾਰੀਏ ਜਿੰਨੀ ਦੇਰ ਵਿੱਚ ਆਵੇਗਾ ਗਾਲਿਬ ਕਹਿੰਦੇ ਨਾ ਹੋ ਸਕਦਾ ਸਾਡਾ ਭੋਗ ਹੀ ਪੈ ਜਾਏ। हमने माना कि तगाफुल न करोगे लेकिन खाक हो जाएंगे हम तुमको खबर होने तक। उसनों पुकारो जिथे पुकारो उथे मौजूद होवे, जिथे हर आराधिए तिथे हर मित सहाय। जिथे उसनों पुकारो उथे मौजूद होवे, और हर जगह जो मौजूद है उसे नु पुकारो, सदा अंग संगे अभंगन विभूते। जिथे हर आराधिए तिथे हर, किसी जगह दे ओदी आराधना करो ते मौजूद है ਉਹਤੇ ਸਾਹਿਤ। ਅੱਜ ਇੱਥੇ ਸਮਾਪਤੀ। ਹਾਰਦਿਕ ਤੌਰ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ। ਤੁਸੀਂ ਟਿਕ ਕੇ ਗੁਰਮਤਿ ਦੀਆਂ ਗੱਲਾਂ ਨੂੰ ਸਰਵਣ ਕੀਤਾ। ਮੇਰੇ ਪਾਤਸ਼ਾਹ ਹੋਰ ਰਹਿਮਤ ਕਰਨ, ਹੋਰ ਮੇਰ ਭਰਿਆ ਹੱਥ ਤੁਹਾਡੇ ਸਿਰ ਦੇ ਉੱਤੇ ਰੱਖਣ, ਤੁਹਾਨੂੰ ਸੁਣਨ ਦੀ ਦਾਤ ਦੇਣ, ਤੁਹਾਨੂੰ ਮੰਨਣ ਦੀ ਦਾਤ ਦੇਣ। ਜਿੰਨੀ ਸੁਣ ਕੇ ਮੰਨਿਆ ਹੋਂ ਤਿੰਨ ਬਲਹਾਰੇ ਜਾਓ। ਜਿਸ ਨੇ ਸੁਣ ਕੇ ਮੰਨ ਲਿਆ, ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਸਦਕੇ ਜਾਣਾ, ਉਸ ਤੋਂ ਮੈਂ ਕੁਰਬਾਨ ਜਾਣਾ। ਐਸੀ ਹਾਲਤ ਬਣੇ ਕਿ ਗੁਰੂ ਨਾਨਕ ਸਾਥੋਂ ਸਦਕੇ ਜਾਣ और गुरु गोबिंद सिंह जी महाराज साथों बलहारने जान। भुलना चुका ले खिमा दी याचना। वाहिगुरू जी का खालसा। साखी सुनन लई तुहाडा धन्नवाद। जे साखी वधिया लगी ते लाइक शेयर कमेंट करियो जी।